4358 पोस्टां ते इन्हां नूं भर्ती किया गया सी और 10,000 पोस्टां हुण दुबारा कढ़ीਆਂ। सारे दे सारे जिन्ने तुहाडे नाल पहुँचे ये सारे पंजाब तो पहुँचे सर? पूरे पंजाब तो आए जिन्ने भी सिलेक्टेड कैंਡੀਡੇਟਸ ने कांस्टेबल की भर्ती के सारे पहुँचे हुए हैं जी, क्योंकि इस घर दे बहुत टेंशन, असीं खुद बहुत टेंशन च हैं। मतलब सानू पता लग जाए कि साडी भर्ती कंप्लीट होएगी या सानू उन्हां 10,000 ਦੇ ਵਿੱਚ ਕੰਸੀਡਰ ਕੀਤਾ ਜਾਏਗਾ। ਭਰੋਸਾ ਦਵਾਇਆ ਸੀ ਕਿ ਆਪਾਂ ਸਭ ਤੋਂ ਪਹਿਲਾ ਮੁੱਦਾ ਹੀ ਪੈਂਡਿੰਗ ਭਰਤੀਆਂ ਦਾ ਚੁੱਕਿਆ ਜਾਵੇਗਾ, ਬਟ ਉਸ ਤੋਂ ਬਾਅਦ ਵੀ ਕੋਈ ਵੀ ਰਿਸਪੌਂਸ ਨਹੀਂ ਆਇਆ ਨਾ ਸਾਨੂੰ। ਅਜੇ ਆਪਾਂ ਨੇ ਟਵਿੱਟਰ ਤੇ ਵੀ ਕਾਫੀ ਹੈਸ਼ਟੈਗ ਚਲਾਏ ਸੀ ਕਿ ਜੁਆਇਨਿੰਗ ਕੀਤੀ ਜਾਵੇ ਸਾਡੀ, ਬਟ ਸਾਨੂੰ ਸੀਐਮ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ। सत श्री अकाल, तुसीं दा अनम्यूट देख रहे हो तो मैं रवि संगरा। होर पिछली सरकार दे विच कुछ भर्तियां कढ़ियां गईयां सी चरणजीत सिंह चन्नी होरां दी सरकार दे वल्लों, और उन्हां दे वल्लों ये भी कहा गया सी कि 36,000 कच्चे कामिਆਂ ਨੂੰ ਅਸੀਂ पक्के भी कर रहे हैं। पर ये दोवें चीज़ां राह 'ਚ ही रह गईयां, ना तो कच्चे कामे पक्के होए ते ਜਿਹੜੀਆਂ ਭਰਤੀਆਂ ਕੱਢੀਆਂ ਗਈਆਂ ਸੀਗੀਆਂ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ, ਨਾ ਹੀ ਉਹ ਸਿਰੇ ਚੜ੍ਹੀਆਂ। ਉਹਨਾਂ ਦੇ ਵਿੱਚੋਂ ਇੱਕ ਸੀ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਅਹੁਦਿਆਂ ਦੇ ਲਈ ਭਰਤੀ ਕੀਤੀ ਗਈ ਸੀ, ਜਿਸ ਦੇ ਵਿੱਚ ਕਾਂਸਟੇਬਲ ਵੀ ਸੀ, ਸਬ ਇੰਸਪੈਕਟਰ ਵੀ ਸੀ। ਹਾਲਾਂਕਿ ਇਹ ਸਭ ਦੇ ਚੱਲਦਿਆਂ ਸਬ ਇੰਸਪੈਕਟਰ ਦਾ ਪੇਪਰ ਕੈਂਸਲ ਹੋ ਗਿਆ ਸੀ, ਰੱਦ ਹੋ ਗਿਆ ਸੀ, ਪਰ ਜਿਹੜੇ ਕਾਂਸਟੇਬਲ ਸੀ ਉਹਨਾਂ ਦੀ ਭਰਤੀ ਕੰਪਲੀਟ ਹੋ ਗਈ ਸੀ। ਉਹਨਾਂ ਦਾ ਫਿਜ਼ੀਕਲ ਹੋ ਚੁੱਕਿਆ ਸੀਗਾ, ਉਹਨਾਂ ਦਾ ਮੈਡੀਕਲ ਹੋ ਗਿਆ। ਇੱਥੋਂ ਤੱਕ ਕਿ ਸਿਰਫ ਤੇ ਸਿਰਫ ਜਿਹੜੀ ਦੂਰੀ ਹੈ ਉਹ ਗੈਪ ਸਿਰਫ ਇੰਨਾ ਗਾ ਕਿ ਉਹਨਾਂ ਨੂੰ ਹੁਣ ਅਪਾਇੰਟਮੈਂਟ ਲੈਟਰ ਦੇਣੇ ਆ ਸਰਕਾਰ ਨੇ, ਪਰ ਉਹ ਪਿਛਲੀ ਸਰਕਾਰ ਨੇ ਤਾਂ ਨਹੀਂ ਦਿੱਤੇ। ਉਸ ਤੋਂ ਬਾਅਦ ਸਰਕਾਰ ਬਦਲ ਜਾਂਦੀ, ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ, ਤਾਂ ਹੁਣ ਆਪਣੀ ਗੁਹਾਰ ਲੈ ਕੇ ਉਹੀ ਸਾਰੇ ਨੌਜਵਾਨ ਕਿ ਦੇਖੋ ਤੁਸੀਂ ਨਵੀਆਂ ਪੋਸਟਾਂ ਕੱਢ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ 35,000 ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰ ਰਹੇ ਹਾਂ ਔਰ 25,000 ਨਵੀਆਂ ਭਰਤੀਆਂ ਕੱਢ ਰਹੇ ਹਾਂ, ਪਰ ਉਹ ਇਹ ਕਹਿਣ ਆਏ ਨੇ ਕਿ ਅਸੀਂ ਬੈਠੇ ਹਾਂ, ਭਰਤੀਆਂ ਨਿਕਲੀਆਂ ਸੀ, ਅਸੀਂ ਸਿਲੈਕਟ ਵੀ ਹੋ ਗਏ ਸੀਗੇ, ਤੁਹਾਡੇ ਕ੍ਰਾਈਟੇਰੀਆ ਦੇ ਵਿੱਚ ਅਸੀਂ ਕੰਪਲੀਟ ਵੀ ਹਾਂ, ਘੱਟੋ ਘੱਟ ਸਾਨੂੰ ਉਹ ਪੋਸਟਾਂ 'ਤੇ ਅਪਾਇੰਟ ਕਰ ਦਿਓ, ਸਾਨੂੰ ਅਪਾਇੰਟਮੈਂਟ ਲੈਟਰ ਦੇ ਦਿਓ। ਅਸੀਂ ਇਸ ਵੇਲੇ ਸੀਐਮ ਹਾਊਸ ਦੇ ਬਾਹਰ ਖੜ੍ਹੇ ਹਾਂ। ਸਾਹਮਣੇ ਸੀਐਮ ਹਾਊਸ ਨੂੰ ਜਾਣ ਵਾਲੀ ਸੜਕ ਹੈ, ਥੋੜ੍ਹੀ ਦੂਰੀ 'ਤੇ ਸੀਐਮ ਹਾਊਸ ਹੈ, ਔਰ ਉਸ ਤੋਂ ਪਿੱਛੇ ਇਹ ਸਾਰੇ ਪੰਜਾਬ ਤੋਂ ਪਹੁੰਚੇ ਹੋਏ ਨੌਜਵਾਨ ਮੁੰਡੇ ਕੁੜੀਆਂ ਬੈਠੇ ਹੈ ਇੱਕ ਆਸ ਦੇ ਨਾਲ ਕਿ ਸਾਡੀ ਗੱਲ ਸਰਕਾਰ ਦੇ ਨਾਲ ਹੋਵੇ, ਕਿਉਂਕਿ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਗਏ ਹੋਏ ਨੇ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨਾਲ ਮੁਲਾਕਾਤ ਕਰ ਰਿਹਾ, ਔਰ ਉਹਨਾਂ ਦੇ ਘਰ ਦੇ ਬਾਹਰ ਇਹ ਸਾਰੇ ਨੌਜਵਾਨ ਇਕੱਠੇ ਹੋ ਕੇ ਇੱਕ ਅਪੀਲ, ਇੱਕ ਗੁਹਾਰ ਲਾਉਣ ਦੇ ਲਈ ਪਹੁੰਚੇ ਆ ਕਿ ਸਾਨੂੰ ਵੀ ਸੁਣੋ। ਵੀਰ ਕਿੱਥੋਂ ਪਹੁੰਚੇ ਹੋ ਤੁਸੀਂ? मैं गुरदासपुर शहर तो आया जी। ਸਾਰੇ ਦੇ ਸਾਰੇ ਜਿੰਨੇ ਤੁਹਾਡੇ ਨਾਲ ਪਹੁੰਚੇ ਇਹ ਸਾਰੇ ਪੰਜਾਬ ਤੋਂ ਪਹੁੰਚੇ ਹੋਏ? ये सर पूरे पंजाब तो आए जिन्ने भी सिलेक्टेड कैंਡੀਡੇਟਸ ने कांस्टेबल की भर्ती के सारे पहुँचे हुए हैं जी। ਅੱਛਾ, ਮੈਂ ਥੋੜ੍ਹਾ ਜਿਹਾ ਸਮਝਾਇਆ जी, ਕੰਪਲੀਟ ਸਮਝਾਇਓ ਵੀ ਹੋਇਆ ਕੀ ਸੀਗਾ, ਕਦੋਂ ਭਰਤੀ ਨਿਕਲੀ ਸੀ, ਕਿਵੇਂ ਤੁਸੀਂ ਸਿਲੈਕਟ ਹੋਏ ਹੋ, ਔਰ ਉਸ ਤੋਂ ਬਾਅਦ ਗੱਲ ਖੜੀ ਕਿੱਥੇ ਸੀ ਫਿਰ? सर ये मतलब तकरीबन आप कह सकते हैं भी लास्ट ईयर जून या जुलाई के नोटिफिकेशन आए थे, और वो बाद फिर टैसट लिया गया। टैसट तो बाद इन्होंने साडा दसंबर के फिजिकल लिया जी, तो मैरिट के आधार पर साडा जो रिजल्ट बनया सीगा वो इलैक्शन या कोड ऑफ कंडक्ट लगन तो पहला आ चुकिया सीगा। रिजल्ट आ गया, रिजल्ट तो बाद फिर हाले तक कोई कार्रवाई नहीं हो रही जी। सर उन्होंने आप DGP ऑफिस गए तो उन्होंने यही गल बोली कि ਅਸੀਂ ਕੋਡ ਆਫ ਕੰਡਕਟ ਤੋਂ ਬਾਅਦ ਤੁਹਾਡਾ ਕੰਮ ਜਿਹੜਾ ਕੰਪਲੀਟ ਕਰਾਂਗੇ, ਪਰ ਹਾਲੇ ਤੱਕ ਸਾਨੂੰ ਕਿਸੇ ਡਿਪਾਰਟਮੈਂਟ ਮੰਨਦਾ ਹੈ ਕਿ ਤੁਸੀਂ ਐਲੀਜੀਬਲ ਹੋ, ਤੁਹਾਨੂੰ ਅਸੀਂ ਬਹੁਤ ਜਲਦੀ ਕੰਸੀਡਰ ਕਰਾਂਗੇ, ਡਿਪਾਰਟਮੈਂਟ ਹੀ ਮੰਨਦਾ। ਡਿਪਾਰਟਮੈਂਟ ਤਾਂ ਕਹਿ ਰਹੇ ਵੀ ਤੁਹਾਡਾ ਪ੍ਰੋਸੈਸ ਜਿਹੜਾ ਆਪਾਂ ਕੰਪਲੀਟ ਕਰਾਂਗੇ, ਪਰ ਕਦੋਂ ਕਰੋਗੇ ਸਾਨੂੰ ਇਹ ਆਸ਼ਵਾਸਨ ਦਿੱਤਾ ਜਾਵੇ, ਕਿਉਂਕਿ ਇਸ ਘਰ ਦੇ ਬਹੁਤ ਟੈਨਸ਼ਨ, ਅਸੀਂ ਖੁਦ ਬਹੁਤ ਟੈਨਸ਼ਨ 'ਚ ਹਾਂ। ਤੁਹਾਨੂੰ ਕਿਤੇ ਨਾ ਕਿਤੇ ਵਹਿਮ ਸੀ ਇਸ ਗੱਲ ਦਾ, ਜਾਂ ਤੁਹਾਨੂੰ ਭੁਲੇਖਾ ਲੱਗ ਗਿਆ ਕਿ ਹੋ ਸਕਦਾ ਹੈ ਕਿ 10,000 ਨਵੀਆਂ ਨੌਕਰੀਆਂ ਤਾਂ ਪੰਜਾਬ ਪੁਲਿਸ ਚਾਹ ਰਹੀਆਂ ਵੀ ਤੁਹਾਨੂੰ ਨਹੀਂ ਕੰਸੀਡਰ ਕੀਤਾ ਜਾਊਗਾ, ਇਸ ਕਰਕੇ ਤੁਸੀਂ ਇੱਥੇ ਪਹੁੰਚੇ? ਸਰ ਐਕਚੁਅਲੀ ਦਿੱਕਤ ਇਹ ਨਹੀਂ ਆ, ਦਿੱਕਤ ਇਹ ਆ ਵੀ ਨਵੀਆਂ ਭਰਤੀਆਂ ਅਨਾਉਂਸ ਕਰ ਦਿੱਤੀਆਂ, ਅਸੀਂ ਬਹੁਤ ਖੁਸ਼ ਹੈਗੇ ਉਸ ਚੀਜ਼ ਵਾਸਤੇ ਕਿ ਹਾਂਜੀ ਠੀਕ ਆ ਰਹੀਆਂ, ਹੋਰ ਵੀ ਜਿਹੜੇ ਨੌਜਵਾਨ ਤਿਆਰੀ ਕਰ ਰਹੇ ਆ ਉਹਨਾਂ ਨੂੰ ਮੌਕਾ ਮਿਲੇਗਾ ਆਉਣ ਦਾ, ਪਰ ਐਟਲੀਸਟ ਜਿਹੜੀਆਂ ਭਰਤੀਆਂ ਨਿਕਲੀਆਂ ਸੀਗੀਆਂ ਉਹਨਾਂ ਨੂੰ ਤਾਂ ਪੂਰਾ ਕਰ ਦਿੱਤਾ ਜਾਵੇ। ਮਤਲਬ ਸਾਨੂੰ ਪਤਾ ਲੱਗ ਜਾਏ ਕਿ ਸਾਡੀ ਭਰਤੀ ਕੰਪਲੀਟ ਹੋਏਗੀ ਜਾਂ ਸਾਨੂੰ ਉਹਨਾਂ 10,000 ਦੇ ਵਿੱਚ ਕੰਸੀਡਰ ਕੀਤਾ ਜਾਏਗਾ। ਬਿਲਕੁਲ ਸਹੀ ਹੈ ਇਹਨਾਂ ਦੀ ਗੱਲ। ਇੱਕ ਸਵਾਲ ਇੱਥੇ ਹੋਰ ਪੈਦਾ ਹੋ ਜਾਂਦਾ ਹੈ ਕਿ ਇਹਨਾਂ ਦੀ 4358 ਪੋਸਟਾਂ ਸੀ ਤੁਹਾਡੀਆਂ, 4358 ਪੋਸਟਾਂ ਤੇ ਇਹਨਾਂ ਨੂੰ ਭਰਤੀ ਕੀਤਾ ਗਿਆ ਸੀ ਔਰ 10,000 ਪੋਸਟਾਂ ਹੁਣ ਦੁਬਾਰਾ ਕੱਢੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ 10,000 ਦੇ ਵਿੱਚ ਕੀ ਇਹਨਾਂ ਦੀਆਂ ਪੋਸਟਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਸੀ? ਕੀ ਇਹ ਧਿਆਨ 'ਚ ਸੀ ਸਰਕਾਰ ਦੇ ਕਿ 4300 ਬੰਦਾ 4350 ਬੰਦਾ ਸਾਡਾ ਹਾਲੇ ਬੈਠਾ ਹੈ ਜਿਨ੍ਹਾਂ ਨੂੰ ਅਸੀਂ ਮਤਲਬ ਡਿਪਾਰਟਮੈਂਟ ਦੇ ਅੰਦਰ ਲੈਣਾ, ਔਰ 10,000 ਪੋਸਟਾਂ ਇਹਨਾਂ ਨੂੰ ਧਿਆਨ 'ਚ ਰੱਖ ਕੇ ਕੱਢੀਆਂ ਗਈਆਂ ਜਾਂ ਨਹੀਂ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਇਹ
ਤੁਹਾਨੂੰ ਲੱਗਦਾ ਕਿ ਤੁਹਾਨੂੰ ਧਿਆਨ 'ਚ ਰੱਖਿਆ ਗਿਆ ਹੋਊਗਾ ਉਸ ਵੇਲੇ ਜਦੋਂ ਇਹ 10,000 ਪੋਸਟਾਂ ਕੱਢੀਆਂ ਗਈਆਂ, ਉਹਨਾਂ ਦੇ ਵਿੱਚ ਤੁਹਾਨੂੰ ਕੰਸੀਡਰ ਕੀਤਾ ਜਾਊਗਾ? ਸਰ ਇਹ ਸਾਨੂੰ ਕੋਈ ਕਲੀਅਰ ਨਹੀਂ ਕੀਤਾ ਗਿਆ ਗਾ, ਉਹੀ ਅਸੀਂ ਪੁੱਛਣ ਆਏ ਹਾਂ ਵੀ ਸਾਡਾ ਕੀ ਪ੍ਰੋਸੈਸ ਚੱਲਦਾ ਪਿਆ ਜੀ। ਸਾਡੀ ਇੱਕੋ ਹੀ ਮੰਗ ਆ ਕਿ ਸਾਨੂੰ ਛੇਤੀ ਤੋਂ ਛੇਤੀ ਜੁਆਇਨਿੰਗ ਲੈਟਰ ਦਿੱਤੇ ਜਾਣ, ਹੋਰ ਸਾਡੀ ਕੋਈ ਮੰਗ ਨਹੀਂ ਜੀ। ਅੱਛਾ, ਜਦੋਂ ਭਰਤੀ ਹੋਈ ਸੀਗੀ ਉਦੋਂ ਕ੍ਰਾਈਟੇਰੀਆ ਕੀ ਸੀ ਤੁਹਾਡੀ ਭਰਤੀ ਦਾ? ਕੀ ਕੁਆਲੀਫਿਕੇਸ਼ਨ ਮੰਗੀ ਗਈ ਸੀ? ਕੀ ਪੂਰੇ ਦਾ ਪੂਰਾ ਕ੍ਰਾਈਟੇਰੀਆ ਕੀ ਸੀ? ਸਰ ਸਭ ਤੋਂ ਪਹਿਲਾਂ ਤਾਂ ਇਹ +2 ਬੇਸਡ ਐਗਜ਼ਾਮ ਸੀ ਤੇ ਇਹਦੇ ਸਿਰਫ ਉਹੀ ਬੱਚਾ ਕੁਆਲੀਫਾਈਡ ਸੀ ਜਿਹੜਾ CBT ਕੰਪਿਊਟਰ ਬੇਸਡ ਟੈਸਟ ਕਲੀਅਰ ਕਰੇਗਾ। ਆਪਾਂ ਸਿਰਫ ਮੈਰਿਟ ਬੇਸ ਤੇ ਉੱਠੇ ਹਾਂ ਬੱਚੇ। ਉਸ ਤੋਂ ਬਾਅਦ ਸਾਡਾ ਫਿਜ਼ੀਕਲ ਟਰਾਇਲ ਹੋਏ ਨੇ ਸਰ ਸਾਡਾ ਉਹ ਵੀ ਕਲੀਅਰ ਹੈ। ਹੁਣ ਸਾਨੂੰ ਸਿਰਫ ਜੁਆਇਨਿੰਗ ਲੈਟਰ ਦੀ ਕਮੀ ਹੈ ਸਰ, ਜੁਆਇਨਿੰਗ ਲੈਟਰ ਚਾਹੀਦਾ ਹੈ ਸਰ। ਬਾਕੀ ਕੰਪਿਊਟਰ ਬੇਸਡ ਟੈਸਟ ਸੀ ਸਰ ਇਹ। ਹਾਂਜੀ। ਸਰਕਾਰ ਹਾਲੇ ਕਹਿੰਦੀ ਹੈ ਕਿ ਅਸੀਂ ਕਾਰਜ ਭਾਗ ਸੰਭਾਲ ਰਹੇ ਹਾਂ, ਸਾਡਾ ਹਾਲੇ ਕੰਮ ਕੰਪਲੀਟ ਨਹੀਂ ਹੋਇਆ, ਅਸੀਂ ਇਹ ਸਾਰਾ ਕੁਝ ਕਰ ਲਈਏ। ਤੁਹਾਡੀ ਸਰਕਾਰ ਦੀ ਜਦੋਂ ਹੁਣ ਸਰਕਾਰ ਬਣੀ ਹੈ, ਉਹਨਾਂ ਦੇ ਵਿੱਚੋਂ ਕਿਸੇ ਮੰਤਰੀ ਨਾਲ, ਕਿਸੇ OSD ਨਾਲ ਜਾਂ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦੇ ਨਾਲ ਕੋਈ ਚਰਚਾ ਹੋਈ ਹੈ ਇਸ ਵਿਸ਼ੇ 'ਤੇ, ਜਾਂ ਮੁੱਖ ਮੰਤਰੀ ਸਾਹਿਬ ਨੂੰ ਕਦੇ ਮਿਲੇ ਹੋ? ਨਹੀਂ ਸਰ, ਆਪਾਂ ਆਪਣੇ ਹਲਕੇ ਦੇ ਲਗਭਗ ਸਾਰੇ MLA ਨੂੰ ਜਿੱਥੋਂ ਦੇ ਕੈਂਡੀਡੇਟ ਆਪਣਾ ਮੰਗ ਪੱਤਰ ਸੌਂਪ ਚੁੱਕੇ ਹਾਂ ਤੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀ ਕਿ ਆਪਾਂ ਸਭ ਤੋਂ ਪਹਿਲਾ ਮੁੱਦਾ ਹੀ ਪੈਂਡਿੰਗ ਭਰਤੀਆਂ ਦਾ ਚੁੱਕਿਆ ਜਾਵੇਗਾ। ਬਟ ਉਸ ਤੋਂ ਬਾਅਦ ਵੀ ਕੋਈ ਵੀ ਰਿਸਪੌਂਸ ਨਹੀਂ ਆਇਆ ਨਾ ਸਾਨੂੰ ਅਜੇ ਵੀ। ਆਪਾਂ ਨੇ ਟਵਿੱਟਰ ਤੇ ਵੀ ਕਾਫੀ ਹੈਸ਼ਟੈਗ ਚਲਾਏ ਸੀ ਕਿ ਜੁਆਇਨਿੰਗ ਕੀਤੀ ਜਾਵੇ ਸਾਡੀ, ਬਟ ਸਾਨੂੰ CM ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ ਸਰ। ਬਹੁਤ ਸਾਰੀਆਂ ਚੀਜ਼ਾਂ ਦੀ ਜਾਂਚ ਦੇ ਆਦੇਸ਼ ਸਰਕਾਰ ਨੇ ਦੇ ਦਿੱਤੇ। ਉਹਨਾਂ ਦੇ ਵਿੱਚੋਂ ਇੱਕ ਆਦੇਸ਼ ਇਹ ਵੀ ਸੀਗੇ ਜਿਸ ਦੇ ਵਿੱਚ ਕੁਝ ਜਿਹੜੇ ਕਾਂਸਟੇਬਲ ਸੀ, ਕਿਸੇ ਅਫਸਰ ਦੇ ਨਾਲ ਅਪੁਆਇੰਟ ਸੀ, ਉਹਨਾਂ ਨੂੰ ਪ੍ਰਮੋਟ ਕਰ ਦਿੱਤਾ ਗਿਆ ਸਮੇਂ ਤੋਂ ਪਹਿਲਾਂ। ਜਾਣੀ ਜੇ ਇੱਕ ਕਾਂਸਟੇਬਲ ਆ ਉਹ 20 ਸਾਲ ਤੋਂ ਬਾਅਦ ASI ਬਣ ਸਕਦਾ, ਪਰ 10-10 ਸਾਲਾਂ ਬਾਅਦ। ਕਿਤੇ ਐਂ ਤਾਂ ਨਹੀਂ ਕਿ ਤੁਹਾਡੀ ਭਰਤੀ ਤੇ ਵੀ ਇਸ ਤਰੀਕੇ ਹੋ ਸਕਦਾ ਕਿ ਇਸ ਭਰਤੀ ਦੀ ਵੀ ਜਾਂਚ ਕਰੋ, ਇਹਦੇ ਵਿੱਚ ਵੀ ਕੋਈ ਭ੍ਰਿਸ਼ਟਾਚਾਰ ਨਾ ਹੋਇਆ ਹੋਵੇ, ਕੋਈ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਲੱਗਦਾ ਕੋਈ ਅੜਿੱਕਾ ਬਣ ਸਕਦੀ ਹੈ? ਮੇਰੇ ਅਕੋਰਡਿੰਗ ਜਿੱਥੋਂ ਤੱਕ ਭਰਤੀ ਹੋਈ ਹੈ ਬਿਲਕੁਲ ਫੇਰ ਹੋਈ ਹੈ। ਇਸ 'ਚ ਮਤਲਬ ਬਿਲਕੁਲ ਸਿਫਾਰਿਸ਼ ਨਹੀਂ ਚਲੀ। ਮੈਂ ਤੁਹਾਨੂੰ ਆਪਣੀ ਖੁਦ ਦੀ ਗੱਲ ਦੱਸਦਾ, ਮੇਰਾ 1 ਰੁਪਇਆ ਵੀ ਨਹੀਂ ਲੱਗਿਆ ਮਤਲਬ ਹੁਣ ਜਦੋਂ ਤੱਕ ਮੈਂ ਸਿਲੈਕਟਡ ਹੋਇਆ। ਮਤਲਬ ਮੋਸਟਲੀ ਕੈਂਡੀਡੇਟ ਉਹੀ ਨੇ ਜਿਨ੍ਹਾਂ ਦੇ ਮਤਲਬ ਆਪਣੇ ਬੇਸ 'ਤੇ ਕੁਆਲੀਫਾਈ ਹੋਏ ਨੇ। ਮਤਲਬ ਭ੍ਰਿਸ਼ਟਾਚਾਰ ਦਾ ਇਸ 'ਚ ਕੋਈ ਚਾਂਸ ਨਹੀਂ ਹੈਗਾ ਕਿ ਇਸ 'ਚ ਕਰਪਸ਼ਨ ਚਲੀ ਹੋਈ ਹੈ। ਤੁਹਾਨੂੰ ਐਂ ਲੱਗਦਾ ਕਿ ਜਾਂਚ ਦੇ ਘੇਰੇ 'ਚ ਜੇਕਰ ਜਾਂਦਾ ਹੈ ਤਾਂ ਫਿਰ ਮਤਲਬ ਤੁਸੀਂ ਇਸ ਦੇ ਲਈ ਰਾਜ਼ੀ ਹੋਵੋਗੇ ਕਿ ਠੀਕ ਹੈ ਤੁਸੀਂ ਜਾਂਚ? ਸਾਨੂੰ ਪਤਾ ਹੈ ਨਾ ਕਿ ਆਪਾਂ ਆਪਣੇ ਬੇਸ 'ਤੇ ਇਸ 'ਚ ਕਰਪਸ਼ਨ ਤਾਂ ਬਿਲਕੁਲ ਨਹੀਂ ਹੈਗਾ ਨਾ, ਇਹ ਤਾਂ ਸਾਨੂੰ ਪਤਾ ਹੈ। ਮਤਲਬ ਬਾਕੀ ਜਿਹਨਾਂ 'ਤੇ ਸ਼ੱਕ ਸੀ ਉਹ ਪਹਿਲਾਂ ਭਰਤੀਆਂ ਕਾਫੀ ਐਗਜ਼ਾਮ ਕੈਂਸਲ ਹੋ ਗਏ ਨਾ, ਮਤਲਬ ਕਾਫੀ ਬੱਚੇ ਫੜੇ ਵੀ ਸੀ ਆਨਲਾਈਨ ਐਗਜ਼ਾਮ ਦਿੰਦੇ। ਮਤਲਬ ਪਟਿਆਲੇ ਤੋਂ ਕਾਫੀ ਕੈਂਡੀਡੇਟ ਫੜੇ ਸੀ, ਉਹ ਐਗਜ਼ਾਮ ਕੈਂਸਲ ਕਰਤੇ ਨਾ ਉਹਨਾਂ ਨੇ, ਡਿਪਾਰਟਮੈਂਟ ਨੇ। ਹੁਣ CM ਸਾਹਿਬ ਤਾਂ ਦਿੱਲੀ ਬੈਠੇ ਆ, ਫਿਰ ਹੁਣ ਫਰਦਰ ਕੀ ਤੁਸੀਂ ਸੋਚ? ਸਰ ਬੱਚੇ ਅੰਦਰ ਗਏ ਸੀ ਨਾ, ਅੰਦਰ ਉਹਨਾਂ ਨੇ ਟਾਈਮ ਲਾਸਟ ਟਾਈਮ ਵੀ ਮਿਲੇ ਸੀ ਉਦੋਂ CM। ਅੱਛਾ, ਤੁਹਾਡਾ ਵਫਦ ਅੰਦਰ ਗਿਆ ਹੋਇਆ? ਹਾਂਜੀ ਸਰ, ਉਹਨਾਂ ਨੇ ਦੱਸਿਆ ਸੀ ਕਿ ਆਪਾਂ ਤੁਹਾਨੂੰ ਡੇਟ ਦੇਵਾਂਗੇ ਮਿਲਣ ਦੀ CM ਸਾਹਿਬ, ਬਟ ਉਹਨਾਂ ਨੇ ਸਾਨੂੰ ਕੋਈ ਡੇਟ ਨਹੀਂ ਦਿੱਤੀ। ਫਿਰ ਬੱਚਿਆਂ ਨੇ ਆਪਣੇ ਬੇਸ 'ਤੇ ਆਪਣਾ 24 ਡੇਟ ਸਿਲੈਕਟ ਕਰੀ ਸੀ ਕਿ ਇਸ ਦਿਨ ਆਪਾਂ ਇਕੱਠੇ ਹੋਵਾਂਗੇ ਤੇ CM ਨਾਲ ਮੀਟਿੰਗ ਕਰਾਂਗੇ। ਬਟ CM ਸਾਹਿਬ ਨੇ ਆਪਣਾ ਨੈਕਸਟ ਸ਼ਡਿਊਲ ਬਣਾ ਲਿਆ ਤੇ ਉਹ PM ਨਾਲ ਮੀਟਿੰਗ ਕਰਨ ਚਲੇ ਗਏ ਨਾ। ਹੁਣ ਉਹਨਾਂ ਨੇ ਅੰਦਰੋਂ ਅੱਜ ਦੀ ਤੁਹਾਨੂੰ ਮੀਟਿੰਗ ਦਿੱਤੀ ਗਈ ਸੀ? ਨਹੀਂ ਸਰ, ਆਪਣੇ ਬੇਸ 'ਤੇ ਬਣਾਏ ਸੀ ਨਾ, ਸਾਨੂੰ ਕੋਈ ਟਾਈਮ ਨਹੀਂ ਦੇ ਸੀ। ਬਟ ਅੱਜ ਉਹਨਾਂ ਨੇ ਬੋਲਿਆ ਕਿ ਅਸੀਂ 1-2 ਦਿਨ 'ਚ ਤੁਹਾਡੀ ਮੀਟਿੰਗ ਕਰਵਾ ਦੇਵਾਂਗੇ CM ਸਾਹਿਬ ਨਾਲ। ਹਾਂਜੀ ਸਰ, ਠੀਕ ਹੈ। CM ਸਾਹਿਬ ਨੂੰ ਵੀ ਮੰਗ ਪੱਤਰ ਦੇ ਚੁੱਕੇ ਨੇ ਆਪਾਂ ਪਹਿਲਾਂ ਸਰ, ਵੋਟਾਂ ਤੋਂ ਪਹਿਲਾਂ? ਹਾਂਜੀ ਨਹੀਂ ਸਰ, ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ। ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਵੀ ਆਪਣਾ ਥੋੜੇ ਦਿਨ ਹੋਏ ਉਦੋਂ ਆਮ ਆਦਮੀ ਪਾਰਟੀ ਸਰਕਾਰ ਆ ਜਾਂਦੀ ਉਦੋਂ? ਹਾਂਜੀ ਉਦੋਂ ਮੰਗ ਪੱਤਰ ਦੇ ਦਿੱਤੇ ਸੀ। ਉਦੋਂ ਕੀ ਭਰੋਸਾ ਦਿੱਤਾ ਗਿਆ ਸਰ? ਉਹਨਾਂ ਨੇ ਕਿਹਾ ਕਿ ਆਪਾਂ ਉਹਨਾਂ ਨੇ ਸਿਰਫ ਮੀਟਿੰਗ ਦਾ ਭਰੋਸਾ ਦਿਆ ਸੀ ਕਿ ਆਪਾਂ ਮੀਟਿੰਗ ਕਰਾਂਗੇ ਤੁਹਾਡੇ ਨਾਲ। ਸਰ ਇਹ ਕਿਹਾ ਸੀ ਕਿ ਮੀਟਿੰਗ ਕਰਾਂਗੇ ਜਲਦੀ, ਤੁਹਾਨੂੰ ਆਪਾਂ ਟਾਈਮ ਦੇਵਾਂਗੇ, ਕਾਲ ਕਰਾਂਗੇ, ਫਿਰ ਆਪਾਂ ਬੈਠ ਕੇ ਡਿਟੇਲ 'ਚ ਗੱਲ ਕਰਾਂਗੇ ਇਸ ਬਾਰੇ ਨਾ। ਸਰਕਾਰ ਕਹਿੰਦੀ ਅਸੀਂ ਇਮਾਨਦਾਰ ਹਾਂ, ਕਿੰਨਾ ਕੁ ਭਰੋਸਾ ਰੱਖਦੇ ਹੋ ਕਿ ਤੁਹਾਨੂੰ ਨਾਲ ਹੀ ਕੰਸੀਡਰ ਕਰ ਲਿਆ ਜਾਊਗਾ? ਹਾਲਾਂਕਿ ਤੁਸੀਂ ਜੈਨੂਅਨ ਹੋ, ਤੁਸੀਂ ਆਪਣੇ ਪੱਧਰ ਤੇ ਜੈਨੂਅਨ ਹੋ, ਤੇ ਸਰਕਾਰ ਕੰਸੀਡਰ ਕਰ ਲਏਗੀ ਕਿ ਉਮੀਦ ਰੱਖਦੇ ਹੋ ਕੋਈ? ਨਹੀਂ ਸਰ, ਇਹ ਤਾਂ ਸਰ ਵੈਸੇ ਮੇਰੇ ਅਕੋਰਡਿੰਗ ਤਾਂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ। ਤੁਹਾਨੂੰ ਇੱਕ ਵਾਰ ਇੱਧਰੋਂ ਤਸਵੀਰ ਦਿਖਾ ਦਈਏ ਕਿ ਪੂਰੇ ਪੰਜਾਬ ਤੋਂ ਇਹ ਸਾਰੇ ਦੇ ਸਾਰੇ ਉਹ ਕੈਂਡੀਡੇਟ ਨੇ, ਸਾਰੇ ਦੇ ਸਾਰੇ ਉਹ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੇ ਐਲੀਜੀਬਲ ਨੇ, ਜਿਹੜੇ ਆਲਰੇਡੀ ਆਪਣੇ ਸਾਰੀਆਂ ਹਰਡਲਾਂ ਕੰਪਲੀਟ ਕਰਕੇ ਸਿਰਫ ਇੱਕ ਅਪਾਇੰਟਮੈਂਟ ਲੈਟਰ ਦੀ ਵੇਟ ਕਰ ਰਹੇ ਆ ਕਿ ਸਰਕਾਰ ਆਪਣਾ ਫੈਸਲਾ ਇਹਨਾਂ ਦੇ ਹੱਕ ਦੇ ਵਿੱਚ ਦੇਵੇ ਔਰ ਇਹਨਾਂ ਨੂੰ ਅਪਾਇੰਟਮੈਂਟ ਲੈਟਰ ਮਿਲਣ ਔਰ ਇਹ ਆਪਣਾ ਰੁਜ਼ਗਾਰ ਪ੍ਰਾਪਤ ਕਰ ਸਕਣ। ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਆ ਕਿ ਬੇਰੁਜ਼ਗਾਰੀ ਨੂੰ ਖਤਮ ਕਰਨਾ ਹੈ। ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਆ ਕਿ ਭ੍ਰਿਸ਼ਟਾਚਾਰ ਨਹੀਂ ਹੋਊਗਾ। ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਆ ਕਿ ਜਿਹੜਾ ਹਰਾ ਪੈਨ ਹੈ ਉਹ ਨੌਜਵਾਨ ਮੁੰਡੇ ਕੁੜੀਆਂ ਦੇ ਲਗਾਤਾਰ ਹੱਕ 'ਚ ਚੱਲਦਾ ਰਹੂਗਾ। ਹੁਣ ਇਹ ਐਲੀਜੀਬਲ ਨੇ, ਬਿਲਕੁਲ ਠੀਕ ਹੈ, ਭਰਤੀ ਹੋਈ ਸੀ, ਇਹਨਾਂ ਨੇ ਸਾਰੀਆਂ ਹਰਡਲਾਂ ਕੰਪਲੀਟ ਕੀਤੀਆਂ, ਇਹਨਾਂ ਦਾ ਜੋ ਐਜੂਕੇਸ਼ਨ ਪੱਧਰ ਸੀ ਉਹਨੂੰ ਤੁਸੀਂ ਚੈੱਕ ਕੀਤਾ ਔਰ ਉਸ ਦੇ ਹਿਸਾਬ ਦੇ ਨਾਲ ਫਿਜ਼ੀਕਲ ਦੇ ਤੌਰ ਤੇ ਵੀ ਫਿੱਟ ਨੇ, ਮੈਡੀਕਲ ਵੀ ਹੋਇਆ। ਜੇ ਅਪਾਇੰਟਮੈਂਟ ਲੈਟਰ ਦੀ ਦੂਰੀ ਹੈ ਤਾਂ ਸਰਕਾਰ ਇਸ ਨੂੰ ਬਿਲਕੁਲ ਕੰਸੀਡਰ ਕਰੂਗੀ ਔਰ ਕਰਨਾ ਵੀ ਚਾਹੀਦਾ, ਕਿਉਂਕਿ ਸਰਕਾਰ ਨੇ ਵਾਅਦੇ ਹੀ ਪੰਜਾਬ ਦੇ ਵਿੱਚ ਇਹ ਕੀਤੇ ਸੀ ਤੇ ਇਸੇ ਨੂੰ ਚੱਲਦਿਆਂ ਹੀ ਲੋਕਾਂ ਨੇ ਭਰੋਸਾ ਕਰਕੇ 92 ਸੀਟਾਂ ਦਿੱਤੀਆਂ।
ਮੁੱਖ ਮੰਤਰੀ ਸਾਹਿਬ ਨਾਲ ਕਦੋਂ ਤੱਕ ਮੀਟਿੰਗ ਹੁੰਦੀ ਹੈ ਔਰ ਮੁੱਖ ਮੰਤਰੀ ਸਾਹਿਬ ਭਰੋਸਾ ਕੀ ਦਿੰਦੇ ਆ, ਇਹ ਦੇਖਣਾ ਲਾਜ਼ਮੀ ਰਹੇਗਾ। ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਚੰਡੀਗੜ੍ਹ।